जिस दिन तो बीजेपी तो अकाली दल ਵੱਖ ਹੋਇਆ ਉਸ ਦਿਨ ਤੋਂ ਜਿਹੜੀ ਮਨਜਿੰਦਰ ਸਿੰਘ ਸਿਰਸਾ ਦੀ ਬੋਲੀ ਸੀ ਉਹ ਬਦਲ ਗਈ ਸੀ। ਤੁਹਾਡਾ ਐਲੀਗੇਸ਼ਨ ਕਦੇ ਰਹਿੰਦੇ ਕਹਿੰਦੇ ਰਹੇ ਹੋ ਆਰਐਸਐਸ ਹੈ, ਕਦੇ ਕਹਿੰਦੇ ਬੀਜੇਪੀ, ਤੁਹਾਨੂੰ ਪਹਿਲਾਂ ਹੀ ਲੱਗਦੇ ਸੀ? ਇਹਨਾਂ ਨੂੰ ਤਾਂ ਗੁਰਬਾਣੀ ਦੀਆਂ ਤੁਕਾਂ ਨਹੀਂ ਪੜ੍ਹਨੀਆਂ ਆਉਂਦੀਆਂ, ਅੱਧੀਆਂ ਹੋਰ ਪੜ੍ਹਦੇ ਨੇ ਤੇ ਅੱਧੀਆਂ ਹੋਰ ਪੜ੍ਹਦੇ ਨੇ। 84 ਤੋਂ ਬਾਅਦ ਵੀ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੇ ਕਾਂਗਰਸ ਨੂੰ ਵੋਟ ਪਾਈ, ਫਿਰ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇਕੱਲੇ ਸਿਰਸਾ ਨੂੰ ਥੋੜ੍ਹੀ ਟਾਰਗੇਟ ਕਰੋਗੇ, ਬਾਕੀ ਵੀ ਤਾਂ ਆਪਾਂ ਦੇਖਿਆ ਹੈਗਾ। ਧਾਰਮਿਕ ਨਿਜ਼ਾਮ ਦੇ ਉੱਤੇ ਧਾਰਮਿਕ ਵਿਅਕਤੀ ਹੀ ਸੇਵਾਦਾਰ ਹੋਣਾ ਚਾਹੀਦਾ। ਜਦੋਂ ਉਹ ਇੱਕ ਸਿਆਸੀ ਆ, ਉਹ ਐਮਐਲਏ ਰਿਹਾ, ਜਦੋਂ ਐਮਐਲਏ ਤੋਂ ਹਾਰ ਗਿਆ ਤਾਂ ਇੱਧਰ ਆ ਗਿਆ। ਜੇ ਮੰਨ ਲਓ ਟੌੜਾ ਸੀਗੇ, ਟੌੜਾ ਕਿਹੜਾ ਰਾਜਨੀਤਿਕ ਨਹੀਂ ਸੀਗੇ? ਜਗੀਰ ਕੌਰ ਵੀ ਮੰਨ ਲਓ ਰਾਜਨੀਤਿਕ ਨੇ, ਲੌਂਗੋਵਾਲ ਵੀ ਰਾਜਨੀਤਿਕ ਨੇ, ਐਸਜੀਪੀਸੀ ਦਾ ਇਤਿਹਾਸ ਤਾਂ ਭਰਿਆ ਪਿਆ ਗੱਲਾਂ ਨਾਲ। ਥੋੜ੍ਹੀਆਂ ਗੱਲਾਂ ਤੇ ਨੋਟਿਸ ਆ ਗਏ, ਥੋੜ੍ਹੀਆਂ ਗੱਲਾਂ ਤੇ ਲੋਕਾਂ ਤੇ ਪਰਚੇ ਹੋ ਗਏ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਤੇ ਨਹੀਂ ਕੁਝ ਹੋਇਆ ਤੇ ਇਹ ਉਸ ਦਿਨ ਤੋਂ ਹੀ ਸ਼ੱਕ ਦੇ ਘੇਰੇ ਦੇ ਵਿੱਚ। ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੀਜੇਪੀ ਸ਼ਾਮਲ ਹੋਏ ਨੇ। ਧਾਰਮਿਕ ਤੇ ਸਿਆਸੀ ਹਲਕਿਆਂ 'ਚ ਇਸ ਨੂੰ ਕਿਵੇਂ ਦੇਖਿਆ ਜਾ ਰਿਹਾ? ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਤੇ ਇੱਕ ਤਰ੍ਹਾਂ ਦੀ ਆਪੋਜੀਸ਼ਨ ਕਹਿ ਦਈਏ ਜੇ ਵਿਰੋਧੀ ਧਿਰ ਦੇ ਨੇਤਾ ਗੁਰਪ੍ਰੀਤ ਸਿੰਘ ਰੰਧਾਵਾ ਨੇ, ਐਸਜੀਪੀਸੀ ਮੈਂਬਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਕਿਵੇਂ ਦੇਖ ਰਹੇ ਹੋ ਇਸ ਗੱਲ ਨੂੰ? ਸਿਰਸਾ ਹੋਰਾਂ ਦਾ ਜਾਣਾ, ਉਹਨਾਂ ਦੇ ਹੋਰ ਸਾਥੀ ਵੀ ਗਏ ਨੇ, ਸਿਰਸਾ ਹੋਰਾਂ ਦਾ ਬੀਜੇਪੀ ਜਾਣਾ। ਦੇਖੋ, ਸਿਰਸਾ ਇੱਕ ਪੋਲੀਟੀਕਲ ਆਦਮੀ ਸੀ, ਉਹ ਐਮਐਲਏ ਰਿਹਾ, ਉਹ ਐਜ ਏ ਪੋਲੀਟੀਕਲ ਕਿਸੇ ਵੀ ਪਾਸੇ ਚਲਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ। ਅੱਜ ਜੋ ਇਤਰਾਜ਼ ਅਸੀਂ ਉਠਾਉਂਦੇ ਆ ਰਹੇ ਹਾਂ, ਇਹਦਾ ਜਵਾਬ ਮੈਨੂੰ ਲੱਗਦਾ ਅਕਾਲੀ ਦਲ ਨੂੰ ਹੁਣ ਸਿੱਖ ਕੌਮ ਨੂੰ ਦੇਣਾ ਚਾਹੀਦਾ। ਜਿਨ੍ਹਾਂ ਬੰਦਿਆਂ 'ਤੇ ਸਿੱਖ ਇਤਰਾਜ਼ ਕਰਦੇ ਸੀ ਕਿ ਇਹ ਪ੍ਰਧਾਨ ਨਹੀਂ ਹੋਣੇ ਚਾਹੀਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹ ਕਿਉਂਕਿ ਜਦੋਂ ਮਨਸਾ ਕੁਛ ਹੋਰ ਹੋਵੇ, ਜੇ ਦੇਖੋ ਹੁਣ ਵੀ ਉਹ ਕਮੇਟੀ ਇੱਕ ਤਰ੍ਹਾਂ ਦੀ ਉਹਨਾਂ ਨੇ ਜਿੱਤੀ, ਪਰ ਹੁਣ ਉਹ ਚਲੇ ਗਏ। ਇਹਦੇ ਨਾਲ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਇਸ ਸਵਾਲ ਦਾ ਜਵਾਬ ਕੌਮ ਨੂੰ ਦੇਣਾ ਚਾਹੀਦਾ ਕਿ ਜਿਹੜੀ ਸਿੱਖ ਕੌਮ ਪਹਿਲਾਂ ਹੀ ਚਿੰਤਾ ਕਰਦੀ ਸੀ। ਕਿਉਂਕਿ ਦੇਖੋ, ਜਦੋਂ ਵੀ ਮੈਂ ਨੇੜੇ ਤੋਂ ਦੇਖਦਾ ਸੀਗਾ ਕਿ ਮਨਜਿੰਦਰ ਸਿੰਘ ਸਿਰਸਾ ਜਦੋਂ ਵੀ ਕੋਈ ਮਸਲਾ ਹੁੰਦਾ ਸੀ ਕਸ਼ਮੀਰ 'ਚ ਤਾਂ ਫਟ ਉੱਥੇ ਜਾ ਕੇ, ਜੇ ਕੋਈ ਮਸਲਾ ਹੁੰਦਾ ਸੀ ਪਾਕਿਸਤਾਨ 'ਚ ਤਾਂ ਉੱਥੋਂ ਜਾ ਕੇ ਬਿਆਨਬਾਜ਼ੀ ਜਿਹੜੀ ਕਰਦੇ ਸੀ। ਅਕਸਰ ਮੈਂ ਜਦੋਂ ਵੀ ਕਿਤੇ ਮੈਨੂੰ ਮੀਡੀਆ ਨੇ ਪੁੱਛਿਆ ਤਾਂ ਮੈਂ ਇਹਨੂੰ ਉਦੋਂ ਹੀ ਮੰਨਦਾ ਸੀਗਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਮੈਂ ਇਹ ਮਹਿਸੂਸ ਕਰ ਰਿਹਾ ਸੀ, ਜਿੰਨਾ ਅੱਗੇ ਵੱਧ ਕੇ ਜਿਸ ਤਰ੍ਹਾਂ ਦਾ ਇਹ ਕਰ ਰਿਹਾ ਸੀ, ਥੋੜ੍ਹੀਆਂ ਗੱਲਾਂ ਤੇ ਨੋਟਿਸ ਆ ਗਏ, ਥੋੜ੍ਹੀਆਂ ਗੱਲਾਂ ਤੇ ਲੋਕਾਂ ਤੇ ਪਰਚੇ ਹੋ ਗਏ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਤੇ ਨਹੀਂ ਕੁਝ ਹੋਇਆ ਤੇ ਇਹ ਉਸ ਦਿਨ ਤੋਂ ਹੀ ਸ਼ੱਕ ਦੇ ਘੇਰੇ ਦੇ ਵਿੱਚ। ਤੁਹਾਨੂੰ ਕੀ ਲੱਗਦਾ ਇਹ ਉਦੋਂ ਤੋਂ ਹੀ ਤੁਸੀਂ ਕਹਿੰਦੇ ਹੋ, ਕਿਉਂਕਿ ਤੁਹਾਡਾ ਐਲੀਗੇਸ਼ਨ ਕਦੇ ਰਹਿੰਦੇ ਕਹਿੰਦੇ ਰਹੇ ਹੋ ਆਰਐਸਐਸ ਹੈ, ਕਦੇ ਕਹਿੰਦੇ ਬੀਜੇਪੀ, ਤੁਹਾਨੂੰ ਪਹਿਲਾਂ ਹੀ ਲੱਗਦੇ ਸੀ? ਬਿਲਕੁਲ ਸਪਸ਼ਟ ਹੋ ਗਈ ਇਹ ਗੱਲ, ਇਹ ਬਿਲਕੁਲ ਜਿਹੜੀ ਹੈ ਗੱਲ ਸਪਸ਼ਟ ਹੋ ਗਈ ਆ। ਠੀਕ ਆ, ਉਹਦੇ ਵਿੱਚ ਉਹਨੇ ਚੰਗੇ ਕੰਮ ਵੀ ਕੀਤੇ ਨੇ, ਮੈਂ ਉਹਨੂੰ ਆਪਾਂ ਇਨਕਾਰ ਨਹੀਂ ਕਰਦੇ, ਸੇਵਾ ਕੀਤੀ ਹੈ, ਪਰ ਹੈਰਾਨੀ ਇਸ ਗੱਲ ਦੀ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਸੀ ਸਾਰਾ ਕੁਝ, ਉਹਦੇ ਵਿੱਚ ਦੇਖੋ ਇਲੈਕਸ਼ਨ ਦੇ ਵਿੱਚ ਵੀ ਬਹੁਤ ਕੁਝ ਸਾਨੂੰ ਪਤਾ ਜਿਹੜਾ ਸਪਸ਼ਟ ਲੱਗ ਰਿਹਾ ਸੀ ਕਿ ਜਿਸ ਦਿਨ ਤੋਂ ਬੀਜੇਪੀ ਤੋਂ ਅਕਾਲੀ ਦਲ ਵੱਖ ਹੋਇਆ ਉਸ ਦਿਨ ਤੋਂ ਜਿਹੜੀ ਮਨਜਿੰਦਰ ਸਿੰਘ ਸਿਰਸਾ ਦੀ ਬੋਲੀ ਸੀ ਉਹ ਬਦਲ ਗਈ ਸੀ। ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਉਹ ਐਕਚੁਅਲੀ ਹੀ ਬੀਜੇਪੀ ਦੇ ਨਾਲ ਰਿਲੇਟਡ ਆ, ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਘੱਟ ਸਿਸਟਮ ਆ। ਤਾਂ ਇਹ ਮੈਨੂੰ ਲੱਗਦਾ ਕਿ ਨਤੀਜਾ ਸਭ ਤੋਂ ਬੁਰਾ ਨਤੀਜਾ ਜਾਂ ਇਹ ਅਕਾਲੀ ਦਲ ਹੁਣ ਭੁਗਤੂਗਾ ਕਿ ਮਤਲਬ ਜਿਹੜਾ ਉਹਨਾਂ ਨੇ ਇੱਕ ਦਿੱਲੀ ਦੀ ਕਮੇਟੀ 'ਤੇ ਆਪਣਾ ਕਬਜ਼ਾ ਰੱਖਣ ਵਾਸਤੇ ਜਿਹੜਾ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ, ਅਸੀਂ ਇਹ ਕਹਿੰਦੇ ਕਿ ਧਾਰਮਿਕ ਨਿਜ਼ਾਮ ਦੇ ਉੱਤੇ ਧਾਰਮਿਕ ਵਿਅਕਤੀ ਹੀ ਸੇਵਾਦਾਰ ਹੋਣਾ ਚਾਹੀਦਾ। ਜਦੋਂ ਉਹ ਇੱਕ ਸਿਆਸੀ ਆ, ਉਹ ਐਮਐਲਏ ਰਿਹਾ, ਜਦੋਂ ਐਮਐਲਏ ਤੋਂ ਹਾਰ ਗਿਆ ਤਾਂ ਇੱਧਰ ਆ ਗਿਆ। ਨਾਲੇ ਕਹਿੰਦੇ ਸਿੱਖਾਂ 'ਚ ਰਾਜਨੀਤੀ ਦੇ ਧਰਮ ਮਿਲੇ ਹੋਏ ਨੇ ਕਿ ਇਕੱਠੇ ਆ, ਧਰਮ ਬਿਨਾਂ ਸਭ ਦਲੇ ਮਲੇ ਹੈ। ਉਹ ਧਰਮ ਪਤਾ ਕਿਹੜਾ? ਉਹ ਧਰਮ ਹੈ ਗੁਰੂ ਤੇਗ ਬਹਾਦਰ ਸਾਹਿਬ ਵਾਲਾ, ਜਿੱਥੇ ਜਾ ਕੇ ਸੀਸ ਕਟਾਇਆ। ਉਹ ਧਰਮ ਹੈ ਆਪੇ ਨੂੰ ਨਿਸ਼ਾਵਰ ਕਰ ਦੇਣਾ। ਇਹ ਜਿਹੜੀ ਔਰੰਗਜ਼ੇਬ ਵਾਲੀ ਰਾਜਨੀਤੀ ਆ, ਇਹ ਸਿੱਖਾਂ ਦੇ ਵਿੱਚ ਇਹ ਪ੍ਰਵਾਨ ਨਹੀਂ ਹੈਗੀ। ਜਿਹੜੀ ਅਕਾਲ ਤਖਤ ਦੀ ਰਾਜਨੀਤੀ ਦੀ ਗੱਲ ਕਰਦੇ ਹੋ ਨਾ, ਜਿਹੜਾ ਕਹਿੰਦੇ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਹੈ, ਮੀਰ ਨਹੁੰ ਪਰਮਾਤਮਾ ਦਾ, ਤੇ ਉੱਥੇ ਇਹੀ ਆ ਕਿ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ। ਗੁਰੂ ਤੇਗ ਬਹਾਦਰ ਸਾਹਿਬ ਨੇ ਸਪਸ਼ਟ ਇੱਕ ਜਿਹੜੀ ਔਰੰਗਜ਼ੇਬ ਨੂੰ ਗੱਲ ਕਹੀ ਸੀ, ਉਹ ਇਹੀ ਕਹੀ ਸੀ ਕਿ ਦੇਖੋ, ਇਹੀ ਜਨੇਊ ਜਦੋਂ ਧੱਕੇ ਤੇ ਪਾਂਡਾ ਜਿਹੜਾ ਸੀਗਾ ਉਹ ਗੁਰੂ ਨਾਨਕ ਦੇ ਪਾਉਣ ਲੱਗਿਆ ਤੇ ਗੁਰੂ ਨਾਨਕ ਨੇ ਵਿਰੋਧ ਕੀਤਾ, ਅੱਜ ਤੂੰ ਲਾਉਣ ਲੱਗਿਆ, ਇਹਦਾ ਅਸੀਂ ਵਿਰੋਧ ਕਰਦੇ ਹਾਂ। ਗੱਲ ਧੱਕੇ ਦੀ ਆ, ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ। ਇਹ ਰਾਜਨੀਤੀ ਆ ਜਿਹੜੀ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤੀ, ਉਸ ਰਾਜਨੀਤੀ 'ਤੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਸਦੀਆਂ ਦਾ ਇਤਿਹਾਸ ਸਾਡੇ ਸਾਹਮਣੇ ਆ।
ਮੈਂ ਕਹਿ ਰਿਹਾ ਜੇ ਮੰਨ ਲਓ ਟੌੜਾ ਸੀਗੇ, ਟੌੜਾ ਕਿਹੜਾ ਰਾਜਨੀਤਿਕ ਨਹੀਂ ਸੀਗੇ? ਜਗੀਰ ਕੌਰ ਵੀ ਮੰਨ ਲਓ ਰਾਜਨੀਤਿਕ ਨੇ, ਲੌਂਗੋਵਾਲ ਵੀ ਰਾਜਨੀਤਿਕ ਨੇ, ਐਸਜੀਪੀਸੀ ਦਾ ਇਤਿਹਾਸ ਤਾਂ ਭਰਿਆ ਪਿਆ ਇਹ ਗੱਲਾਂ ਨਾਲ। ਤੇ ਫਿਰ ਆ ਐਸਜੀਪੀਸੀ ਤੇ ਜੇ 100 ਸਾਲ ਦਾ ਲੇਖਾ ਜੋਖਾ, ਤੇ ਸਭ ਤੋਂ ਵੱਡਾ ਅੱਜ ਸਵਾਲ ਵੀ ਐਸਜੀਪੀਸੀ ਤੇ ਉੱਠ ਰਿਹਾ ਹੈ। ਜੇ ਰਾਜਨੀਤੀ ਨੂੰ ਮਤਲਬ ਇਹ ਵਰਤਿਆ ਗਿਆ ਧਰਮ ਨੂੰ ਰਾਜਨੀਤੀ ਦੇ ਲਈ ਹਥਿਆਰ ਬਣਾ ਕੇ, ਤੇ ਤੁਸੀਂ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ। ਅੱਜ ਈਸਾਈ ਮਤ ਜਦੋਂ ਸਵਾਲ ਉੱਠਦਾ ਹੈ ਮਾਝੇ ਦੇ ਵਿੱਚ, ਤੇ ਸਵਾਲ ਕਿਹਦੇ ਤੇ ਉੱਠਦਾ? ਸ਼੍ਰੋਮਣੀ ਕਮੇਟੀ ਤੇ ਉੱਠਦਾ। ਬੱਚਿਆਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਸਿੱਖ ਬੱਚੇ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਸਵਾਲ ਕਿਹਦੇ ਉੱਠਦਾ? ਐਜੂਕੇਸ਼ਨ ਤੇ ਉੱਠਦਾ, ਸ਼੍ਰੋਮਣੀ ਕਮੇਟੀ ਤੇ ਉੱਠਦਾ। ਉਹਦਾ ਕਾਰਨ ਕੀ ਆ? ਕਿ ਉੱਥੇ ਰਾਜਨੀਤੀ ਹਾਵੀ ਹੋ ਗਈ, ਤੇ ਜਿਹੜਾ ਧਾਰਮਿਕ ਨਿਜ਼ਾਮ ਹੈ ਜਿਹੜਾ ਉਹਨੂੰ ਇਹਨਾਂ ਨੇ। ਸਿੱਖਾਂ ਦੇ ਬਹੁਤ ਸਾਰੇ ਲੀਡਰ ਪਹਿਲਾਂ ਵੀ ਐ ਬੀਜੇਪੀ ਜਾਂਦੇ ਰਹੇ ਨੇ, ਹਨਾ, ਕਾਂਗਰਸ ਵੀ ਜਾਂਦੇ ਰਹੇ ਨੇ। 84 ਤੋਂ ਬਾਅਦ ਵੀ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੇ ਕਾਂਗਰਸ ਨੂੰ ਵੋਟ ਪਾਈ। ਫਿਰ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇਕੱਲੇ ਸਿਰਸਾ ਨੂੰ ਥੋੜੀ ਟਾਰਗੇਟ ਕਰੋਗੇ, ਬਾਕੀ ਵੀ ਤਾਂ ਆਪਾਂ ਦੇਖਿਆ ਹੈਗਾ। ਨਹੀਂ, ਹੋਰ ਵੀ ਮੰਨੇ ਜਾ ਰਹੇ, ਕਹਿੰਦੇ ਹੋਰ ਜਾ ਸਕਦੇ ਨੇ। ਨਹੀਂ, ਗੱਲ ਇਹ ਹੈ ਜੀ ਜਾਣ, ਪਰ ਇੱਕ ਪਾਸੇ ਤੁਸੀਂ ਆਪਣੀ ਪਿਕਚਰ ਕਲੀਅਰ ਕਰਤੀ ਕਿ ਮੈਂ ਗੱਲ ਦੇ ਉੱਤੇ ਤੁਸੀਂ ਕਹਿੰਦੇ ਹੋ ਮੇਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਅਸੀਂ ਇਹ ਕਰਤਾ ਉਹ ਕਰਤਾ। ਆਪਣੇ ਆਪ ਨੂੰ ਤੁਸੀਂ ਧਾਰਮਿਕ ਤੌਰ ਦੇ ਉੱਤੇ ਪ੍ਰੋਜੈਕਟ ਕਰ ਲਿਆ, ਤੇ ਤੁਹਾਡੇ ਬੋਲਾਂ ਦੇ ਉੱਤੇ ਸਿੱਖਾਂ ਨੇ ਯਕੀਨ ਕਰ ਲਿਆ। ਇਹ ਜੇ ਬਾਦਲ ਦਲ ਦੀ ਹਾਲਾਤ ਦੇ ਬਾਵਜੂਦ ਵੀ ਜਿੰਨੀਆਂ ਵੋਟਾਂ ਪਈਆਂ ਸੀ, ਲੋਕੀ ਇਹ ਕਹਿੰਦੇ ਸੀ ਨਾ ਵੀ ਸਿਰਸੇ ਨੂੰ ਪਈਆਂ ਨੇ, ਵੀ ਉਹਨੇ ਕੰਮ ਕੀਤਾ, ਕਿਸਾਨੀ ਅੰਦੋਲਨ ਦੇ ਵਿੱਚ ਕੀਤਾ। ਤਾਂ ਫਿਰ ਇਹ ਉਹਨਾਂ ਸਿੱਖਾਂ ਨਾਲ ਸਲਾਹ ਕਰਕੇ ਗਿਆ। ਹੁਣ ਜਿਹੜੇ ਸਿੱਖਾਂ ਨੇ ਵੋਟ ਪਾਈ ਹੈ ਉਹਨਾਂ ਨਾਲ ਸਲਾਹ ਕਰਕੇ ਕਦਮ ਲਿਆ। ਇਹਦਾ ਮਤਲਬ ਤਾਂ ਉਹ ਮਿਸਯੂਜ਼ ਹੋ ਗਏ ਨਾ। ਤੈਨੂੰ ਵੋਟ ਪਾਈ, ਲੀਡਰ ਬਣਾਇਆ ਉਹਨਾਂ ਨੇ ਧਰਮ ਦੇ ਨਾਂ 'ਤੇ, ਤੇ ਅੱਜ ਤੁਸੀਂ ਉੱਥੇ ਕਾਮਯਾਬ ਨਹੀਂ ਹੋ ਸਕੇ, ਤੁਸੀਂ ਖੁਦ ਹਾਰ ਗਏ, ਤੇ ਤੁਹਾਨੂੰ ਲੱਗ ਰਿਹਾ ਕਿ ਮਤਲਬ ਕਾਨੂੰਨੀ ਦਾ ਪੇਚਾਂ ਦੇ ਵਿੱਚ 6 ਮਹੀਨੇ ਹੋ ਗਏ, ਉਹ ਹਾਲਾਤ ਇਹੋ ਜਿਹੇ ਬਣੇ ਪਏ ਨੇ, ਤਾਂ ਆਪਣਾ ਅਗਲਾ ਤੁਸੀਂ ਕਹਿੰਦੇ ਹੋ ਅਸੀਂ ਐਸਜੀਪੀਸੀ ਬਦਲਾਂਗੇ, ਅਸੀਂ ਧਰਮ ਦੀ ਰਾਜਨੀਤੀ ਨੂੰ ਬਦਲ ਦਾਂਗੇ। ਇਹਦਾ ਕੀ ਗਰੰਟੀ ਹੈਗਾ ਕਿ ਤੁਹਾਡੇ ਕੋਲ ਫਿਰ ਇਹੋ ਜਿਹੇ ਚਿਹਰੇ ਨਹੀਂ ਹੋਣਗੇ, ਜਾਂ ਤੁਹਾਡੇ ਵਾਲੇ ਚਿਹਰੇ ਕਦੇ ਐ ਨਹੀਂ ਕਰਨਗੇ? ਕੱਲ ਨੂੰ ਗੁਰਪ੍ਰੀਤ ਰੰਧਾਵਾ ਹੋਰੀ ਕਿਤੇ ਹੁਣ ਅਸੀਂ ਕੀ ਕਰਾਂਗੇ? ਦੇਖੋ ਜੀ, ਇਹ ਬੰਦੇ ਦਾ ਇੱਕ ਜਿਹੜਾ ਬੇਸ ਹੁੰਦਾ, ਜਿੱਥੋਂ ਤੁਰਦਾ, ਇਹਦਾ ਉੱਥੋਂ ਪਤਾ ਲੱਗਦਾ। ਜਦੋਂ ਜਿਹੜਾ ਬੰਦਾ ਕਦੇ ਧਾਰਮਿਕ ਬਣ ਗਿਆ, ਕਦੇ ਰਾਜਨੀਤਿਕ ਬਣ ਗਿਆ, ਮੈਂ ਸ਼ੋਰ ਕਰਦਾ ਕਿ ਉਹਦੇ ਤੇ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ। ਅਸੀਂ ਇਹ ਕਹਿੰਦੇ ਕਿ ਜਿਹੜੇ ਬੰਦਿਆਂ ਦੀ ਰੂਹ ਦੇ ਵਿੱਚ ਗੁਰਸਿੱਖੀ ਆ, ਔਰ ਜਿਹੜੇ ਧਰਮ ਨੂੰ ਪਿਆਰ ਕਰਦੇ ਨੇ, ਧਰਮ ਦੇ ਨਾਲ ਜਿਹੜੇ ਲੱਗਦਾ ਕਿ ਦੇਖੋ ਜਿੱਥੇ ਅੱਜ ਸਾਡਾ ਸਮਾਜ ਯਾਦਵਿੰਦਰ ਜੀ ਪਹੁੰਚ ਚੁੱਕਿਆ, ਜਿਹੋ ਜਿਹੇ ਸਾਡੇ ਹਾਲਾਤ ਬਣ ਚੁੱਕੇ ਨੇ, ਰਾਜਨੀਤਿਕ ਤਾਂ ਆਪਣੇ ਹਿਸਾਬ ਨਾਲ ਲਾਲਚ ਦੇ ਕੇ ਇੱਧਰ ਉੱਧਰ ਕਰਕੇ ਉਹਨਾਂ ਦਾ ਕੰਮ ਚੱਲੀ ਜਾਣਾ, ਪਰ ਜਿੰਨੀ ਸਾਡੀ ਅੱਜ ਵੀਕਨੈਸ ਆ ਰਹੀ ਆ, ਜਿੰਨਾ ਅਸੀਂ ਇੱਕ ਇਹੋ ਜਿਹੇ ਮਾਹੌਲ ਵੱਲ ਜਾ ਰਹੇ ਹਾਂ, ਜਿਹੜੀ ਖਾਲਸਾ ਪੰਥ ਦੀ ਆਇਡੈਂਟੀ ਸੀ, ਜਿਹੜੀ ਦਸਮ ਪਿਤਾ ਨੇ ਆਪਣੇ ਬੱਚਿਆਂ ਦਾ ਲਹੂ ਡੋਲ ਕੇ ਇਸ ਧਰਤੀ ਦੇ ਉੱਤੇ ਇੱਕ ਨਵੀਂ ਕਿਸਮ ਦੀ ਰੂਹ ਸਾਨੂੰ ਦਿੱਤੀ ਸੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸ ਦਾ ਮਤਲਬ ਕੀ ਆ? ਪਿਓਰਿਟੀ। ਤੇ ਅੱਜ ਅਸੀਂ ਕਿਤੇ ਨਾ ਕਿਤੇ ਉਹ ਤੋਂ ਸੱਖਣੇ ਹੁੰਦੇ ਜਾ ਰਹੇ ਹਾਂ। ਅੱਜ ਤੁਸੀਂ ਦੇਖੋ ਕਿ ਸਾਡੇ ਕਿਰਦਾਰ ਜਿਹੜੇ ਨੇ ਉਹ ਡਾਊਨ ਹੁੰਦੇ ਜਾ ਰਹੇ ਨੇ। ਉਹ ਕਿਉਂ ਹੋ ਰਹੇ ਨੇ? ਅੱਜ ਤੋਂ ਤੁਸੀਂ ਦੇਖੋ ਕਿ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਜਦੋਂ ਵੀ ਕੋਈ ਰਾਜਨੀਤਿਕ ਪਾੜਾ ਜਾਂ ਧਾਰਮਿਕ ਤੌਰ 'ਤੇ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਬੰਦਾ 100 ਵਾਰੀ ਸੋਚਦਾ ਸੀ ਸਮਾਜ ਨੂੰ ਕਿਵੇਂ ਦੇਖਦਾ ਸੀ। ਇੱਥੇ ਹੁਣ ਇਹ ਨਹੀਂ ਪਤਾ ਲੱਗਦਾ ਵੀ ਦੁਪਹਿਰੇ ਕਿਤੇ ਹੁੰਦਾ ਤੇ ਸ਼ਾਮ ਨੂੰ ਕਿਤੇ ਹੁੰਦਾ। ਟੌੜਾ ਦਾ ਐਸਜੀਪੀਸੀ ਪ੍ਰਧਾਨ ਬਣਨਾ ਗਲਤ ਸੀਗਾ? ਨਹੀਂ, ਉਹਨਾਂ ਨੇ ਕੋਈ ਤਾਂ ਰਾਜਨੀਤੀ ਦੇ ਅੰਦਰ, ਉਹ ਤਾਂ ਧੁਰੰਤਰ ਸੀ ਰਾਜਨੀਤੀ ਦੇ। ਨਹੀਂ, ਦੇਖੋ ਗੱਲ ਇਹ ਆ, ਤੁਸੀਂ ਉਹਨਾਂ ਦੇ ਟਨਿਓਰ ਦੇ ਕੰਮ ਦੇਖੋ, ਤੁਸੀਂ ਉਹਨਾਂ ਦੀ ਟਨਿਓਰ ਦੇ ਕੰਮ ਦੇਖੋ ਕਿ ਉਹਨਾਂ ਨੇ ਪਹਿਲੀ ਤਾਂ ਗੱਲ ਇਹ ਆ ਕਿ ਆਪਣੀ ਇਮਾਨਦਾਰੀ ਨਾਲ, ਅੱਜ ਵੀ ਜਦੋਂ ਵੀ ਕਿਤੇ ਗੱਲ ਹੁੰਦੀ ਆ ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਇਮਾਨਦਾਰੀ ਦੀ ਹਰ ਕੋਈ ਬੰਦਾ ਗੱਲ ਕਰਦਾ। ਦੂਸਰੀ ਗੱਲ ਗੁਰਬਾਣੀ ਦੇ ਗਿਆਨ ਦੀ। ਤੀਸਰੀ ਗੱਲ ਉਹਨਾਂ ਦੇ ਧਰਮ ਦੇ ਅਧਿਐਨ ਦੀ, ਇਤਿਹਾਸ ਦੀ। ਮੇਰੇ ਪਿਤਾ ਜੀ ਬਾਬਾ ਹਰੀ ਸਿੰਘ ਦੇ ਨਾਲ ਉਹ ਜੇਲ੍ਹ ਦੇ ਵਿੱਚ ਰਹੇ ਫਿਰੋਜ਼ਪੁਰ। ਉਹਨਾਂ ਨੂੰ ਕਿਤੇ ਤੁਸੀਂ ਪੁੱਛਿਓ, ਉਹ ਕਹਿੰਦੇ ਜਿਹੜੀ ਮੈਂ ਕਥਾ ਕਰਦਾ ਸੀ 1 ਘੰਟਾ, ਉਸ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌੜਾ ਗੁਰਬਾਣੀ ਦੇ ਪ੍ਰਮਾਣ ਦੇ ਕੇ ਉਹਦੀ ਵਿਆਖਿਆ ਕਰਦਾ ਸੀ। ਮੈਨੂੰ ਲੱਗਦਾ ਕਿ ਇਹੋ ਜਿਹੇ ਬੰਦੇ ਤੇ ਇਤਰਾਜ਼ ਨਹੀਂ ਕਰ ਸਕਦੇ, ਤੇ ਇਹਨਾਂ ਨੂੰ ਤਾਂ ਗੁਰਬਾਣੀ ਦੀਆਂ ਤੁਕਾਂ ਨਹੀਂ ਪੜ੍ਹਨੀਆਂ ਆਉਂਦੀਆਂ, ਅੱਧੀਆਂ ਹੋਰ ਪੜ੍ਹਦੇ ਨੇ ਤੇ ਅੱਧੀਆਂ ਹੋਰ ਪੜ੍ਹਦੇ ਨੇ। ਕੌਣ? ਸਿਰਸਾ ਹੋਰੀ? ਮੈਂ ਕਿਸੇ ਬਥੇਰੇ ਨੇ ਜੀ, ਇੱਕ ਸਿਰਸਾ ਕੀ? ਤੁਸੀਂ ਇਕੱਲੇ ਸਿਰਸੇ ਦੀ ਦੇਖੋ। ਗੱਲ ਇਹ ਆ ਯਾਦਵਿੰਦਰ ਜੀ, ਸਿੱਖੀ ਜਿਹੜੀ ਹੁੰਦੀ ਆ, ਗੁਰਸਿੱਖੀ ਜਿਹੜੀ ਆ, ਬੰਦੇ ਦੇ ਇਕੱਲੀ ਜਿਸਮ 'ਚ ਨਹੀਂ ਹੁੰਦੀ, ਉਹਦੀ ਰੂਹ 'ਚ ਹੁੰਦੀ ਆ। ਜਦੋਂ ਉਹਦੀ ਜ਼ਬਾਨ ਤੋਂ ਅਲਫਾਜ਼ ਨਿਕਲਦੇ ਨੇ, ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਕਿ ਗੁਰਮਤ ਦੀ ਪ੍ਰੋੜਤਾ ਕਿ ਕਿਸ ਕਦਰ ਤੱਕ ਆ। ਜਦੋਂ ਜਿਹੜੇ ਲੋਕਾਂ ਦੇ ਕੋਲ ਰਾਜਨੀਤੀ ਆ ਤੇ ਸਿਰਫ ਧਰਮ ਦਾ ਦਿਖਾਵਾ, ਉਹ ਆਪਣੇ ਆਪ ਹੀ ਐਕਸਪੋਜ਼ ਹੁੰਦੇ ਨੇ, ਤੁਹਾਡੇ ਕੈਮਰਿਆਂ ਦੇ ਸਾਹਮਣੇ ਐਕਸਪੋਜ਼ ਹੋ ਜਾਂਦੇ ਨੇ ਉਹ। ਠੀਕ ਹੈ ਨਾ ਗੱਲ? ਉਹਨਾਂ ਦੇ ਕੋਈ ਪੈਰਾਮੀਟਰ ਨਹੀਂ, ਉਹਨਾਂ ਦੀ ਬੋਲੀ, ਉਹਨਾਂ ਦੀ ਜ਼ਬਾਨ, ਉਹਨਾਂ ਦੀ ਰੂਹ ਹੀ ਦੱਸ ਦਿੰਦੀ ਹੈ ਕਿ ਇਹ ਅਸਲ ਦੇ ਵਿੱਚ ਧਰਮ ਨੂੰ ਕਿੰਨੇ ਕੁ ਸਮਰਪਿਤ ਨੇ। ਤੇ ਜਦੋਂ
ਉਹ ਜਿਹੜਾ ਬੰਦਾ ਮਤਲਬ ਧਰਮ ਦੀ ਆੜ ਲੈ ਕੇ ਮਤਲਬ ਕੰਮ ਕੋਈ ਹੋਰ ਚਲਾ ਰਿਹਾ, ਉਹ ਆਪਣੇ ਆਪ ਹੀ ਕੁਦਰਤ ਦਾ ਵਿਧਾਨ ਹੈ। ਐਦਾਂ ਮਤਲਬ ਜਿਹੜਾ ਉਹ ਲੋਕਾਂ ਨੂੰ ਠੱਗਿਆ ਨਹੀਂ ਜਾ ਸਕਦਾ। ਜਿਵੇਂ ਸੁਖਬੀਰ ਬਾਦਲ ਕਹਿੰਦੇ ਆ ਵੀ ਤੁਹਾਡੇ ਵਰਗੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਵੀ ਸਪੋਰਟ ਕਦੇ ਸੈਂਟਰ ਕਰਦਾ, ਸਾਨੂੰ ਖਰਾਬ ਕਰਨ ਲਈ ਪੰਥ ਦੀ ਰਾਜਨੀਤੀ ਨੂੰ ਤੁਸੀਂ ਇਹ ਸਾਰਾ ਕੁਝ ਕਰਦੇ ਹੋ, ਤੁਸੀਂ ਵੀ ਕਿਤੇ ਨਾ ਕਿਤੇ ਤੁਹਾਡੀਆਂ ਵੀ ਤਾਰਾਂ ਜੁੜੀਆਂ ਹੁੰਦੀਆਂ ਨੇ। ਦੇਖੋ ਜੀ, ਇਹ ਤਾਂ ਹੁਣ ਜਦੋਂ ਕੋਈ ਵੀ ਗੱਲ ਕਰੂਗਾ, ਦੇਖੋ ਇਹ ਤਾਂ ਹੁਣ ਤੁਹਾਨੂੰ ਵੀ ਪਤਾ, ਤੁਸੀਂ ਗੱਲ ਕਰ ਲਓ ਬਰਗਾੜੀ ਦੀ, ਤੁਸੀਂ ਗੱਲ ਕਰ ਲਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਤੁਸੀਂ ਗੱਲ ਕਰ ਲਓ ਡੇਰਾ ਸਿਰਸਾ ਦੀ ਮਾਫੀ ਦੀ, ਠੀਕ ਆ, ਤੁਸੀਂ ਗੱਲ ਕਰ ਲਓ ਜੂਨ 1984 ਦਾ ਜਿਹੜਾ ਸਰਮਾਇਆ ਜਦੋਂ ਅਟੈਕ ਹੁੰਦਾ ਸਿੱਖ ਲਾਇਬ੍ਰੇਰੀ ਰੈਫਰੈਂਸ ਦਾ, ਉਹ ਅਲੋਪ ਹੋ ਗਿਆ। ਕਿਸੇ ਸਿੱਖ ਨੇ ਹਾਈ ਕੋਰਟ 'ਚ ਕੇਸ ਪਾਇਆ ਹੋਇਆ। ਮੱਕੜ ਦੇ ਟਾਈਮ ਤੋਂ ਹਾਈ ਕੋਰਟ ਨੇ ਇਹਨਾਂ ਨੂੰ ਪੁੱਛਿਆ ਬਈ ਦੱਸੋ ਭਾਈ ਤੁਹਾਡਾ ਕਿਹੜਾ ਜਿਹੜਾ ਸਮਾਨ ਹੈ ਮੈਨੂੰ ਨਹੀਂ ਮਿਲ ਰਿਹਾ। ਉਹਨਾਂ ਨੇ ਸੈਂਟਰ ਨੂੰ ਨੋਟਿਸ ਕੀਤਾ, ਫੌਜ ਨੂੰ ਨੋਟਿਸ ਕੀਤਾ, ਉਹਨਾਂ ਨੇ ਰਸੀਦਾਂ ਦੇ ਦਿੱਤੀਆਂ ਵੀ ਅਸੀਂ ਇਹਨਾਂ ਨੂੰ ਆਹ ਡੇਟਾ ਨੂੰ ਦੇ ਚੁੱਕੇ ਹਾਂ। ਤੁਸੀਂ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਵੀ ਜਿਹਦਾ ਸਮਾਨ ਖੋਇਆ ਹੋਵੇ ਉਹ ਕਹਿੰਦਾ ਜੀ ਅਸੀਂ ਦੇਖ ਲਈਏ, ਅਤੇ ਜਿਨ੍ਹਾਂ ਦੇ ਇਲਜ਼ਾਮ ਹੋਣ ਕਿ ਇਹ ਲੈ ਗਏ ਉਹ ਕਹਿੰਦੇ ਨੇ ਅਸੀਂ ਆਹ ਡੇਟਾ ਨੂੰ ਦੇ ਗਏ। ਅਤੇ ਜਦੋਂ ਹੁਣ ਇਹ ਸਵਾਲ ਕੋਈ ਕਰੂਗਾ ਤੇ ਉਹਨੂੰ ਇਹ ਕਹਿਣਾ ਜੀ ਇਹ ਸੈਂਟਰ ਦੀ ਸ਼ਹਿ 'ਤੇ ਕਰ ਰਿਹਾ, ਇਹ ਕਾਂਗਰਸ ਦੀ ਸ਼ਹਿ 'ਤੇ ਕਰ ਰਿਹਾ, ਇਹ ਕੋਈ ਤੁਕ ਬਣਦੀ ਹੈ? ਤੁਸੀਂ ਦੱਸੋ, ਤੁਸੀਂ ਮਾਲਕ ਬਣੇ ਬੈਠੇ ਹੋ, ਕੌਣ ਲੈ ਕੇ ਚੱਕ ਕੇ ਉਹਨੂੰ ਵੇਚਿਆ, ਕਿੱਥੇ ਭੇਜਤਾ? ਉਹਦੇ ਵਿੱਚ ਯਾਦਵਿੰਦਰ ਜੀ ਸਾਡਾ ਬੇਸ ਆ। ਅੱਜ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਪੰਕਤੀਆਂ ਦੇ ਵਿੱਚ ਗਲਤੀਆਂ ਆ ਰਹੀਆਂ ਨੇ, ਛਾਪਿਆਂ ਦੇ ਵਿੱਚ। ਮੈਨੂੰ ਇੱਕ ਪਿੰਡ ਤੋਂ ਫੋਨ ਹੈ, ਮੈਂ ਜਿਸ ਦਿਨ ਗਿਆ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਕਿ ਇੱਕੋ ਸਰੂਪ ਦੇ ਵਿੱਚ 9 ਗਲਤੀਆਂ ਉਹਨਾਂ ਨੇ ਮੈਨੂੰ ਦੱਸਿਆ। ਦੇਖੋ ਹੁਣ ਉਹ ਸਾਨੂੰ ਗੁਰਬਾਣੀ ਦੇ ਸ਼ੁੱਧ ਅੱਖਰ ਕਿੱਥੋਂ ਮਿਲਣੇ ਨੇ? ਜਿਹੜਾ ਸਾਡਾ ਉਹ ਪੁਰਾਤਨ ਸਰਮਾਇਆ, ਜਿਹੜੇ ਉਹ 500 ਸਰੂਪ ਨੇ, ਜਿਹੜੇ ਉਹ ਸੁਨਹਿਰੀ ਪੋਥੀ ਆ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ, ਕਲਗੀਧਰ ਪਾਤਸ਼ਾਹ ਦੇ ਹੁਕਮਨਾਮੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮਨਾਮੇ, ਮਾਤਾ ਸੁੰਦਰ ਕੌਰ ਦੀਆਂ ਚਿੱਠੀਆਂ, ਅੱਜ ਉਹ ਕੁਛ ਨਹੀਂ ਹੈ। ਡਾਕਟਰ ਅਨੁਰਾਗ ਸਿੰਘ ਨੂੰ ਤੁਸੀਂ ਕਿਤੇ ਵਿਦਵਾਨ ਨੇ ਉਹ ਜਿਨ੍ਹਾਂ ਨੇ ਇਹ ਸਾਰਾ ਕੁਛ ਕੱਢਿਆ। ਅਤੇ ਜੇ ਹੁਣ ਇਹ ਸਵਾਲ ਕਰਨਾ 328 ਸਰੂਪਾਂ ਦਾ ਅੱਜ ਤੱਕ ਕੁਛ ਨਹੀਂ ਪਤਾ ਲੱਗਿਆ। ਉਹਦੇ 'ਤੇ ਦੇਖੋ ਜਾਂਚ ਬਣਾ ਲਈ, ਕਮੇਟੀ ਬਣਾ ਲਈ, ਕਮੇਟੀ ਦੇ ਵਿੱਚੋਂ ਜਿਹੜੇ ਲੋਕ ਸੀ ਉਹ ਹਟਾਤੇ, ਅਤੇ ਜੇ ਇੱਕ ਬੰਦਾ ਜਿਹੜਾ ਖੁਦ ਹੀ ਕਹਿੰਦੇ ਨੇ ਉਹਨੂੰ ਸਜ਼ਾ ਹੋਈ ਵੀ ਹੈ 5 ਸਾਲ ਦੀ, ਉਹ ਜੱਜ ਬਣਾਤਾ, ਉਹਦੇ ਮੁਤਾਬਕ ਰਿਪੋਰਟ ਬਣਾਤੀ। ਅਤੇ ਜਦੋਂ ਹੁਣ ਅਸੀਂ ਇਹ ਸਵਾਲ ਕਰਾਂਗੇ ਫਿਰ ਇਹ ਕਹਿਣਾ ਜੀ ਸੈਂਟਰ ਦੀ ਸ਼ਹਿ 'ਤੇ ਹੈ। ਅਤੇ ਚਲੋ ਸੈਂਟਰ ਦੀ ਸ਼ਹਿ ਤੁਸੀਂ ਦੱਸੋ ਇਹਦਾ ਜਵਾਬ ਕੌਣ ਦਊ? ਇਹ ਨੇ ਗੁਰਪ੍ਰੀਤ ਰੰਧਾਵਾ, ਜਿਹੜੇ SGPC ਦੇ ਇੱਕ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਨੇ, ਵਿਰੋਧੀ ਧਿਰ ਦੇ ਲੀਡਰ ਨੇ, ਜਿਹੜੇ ਸਵਾਲ ਖੜੇ ਕਰ ਰਹੇ, ਜਿਹੜੇ ਕਹਿ ਰਹੇ ਨੇ ਮਨਜਿੰਦਰ ਸਿਰਸਾ ਤਾਂ ਪਹਿਲਾਂ ਹੀ BJP ਤੇ RSS ਦੇ ਨਾਲ ਸੀ, ਉਹਨਾਂ ਦਾ ਸ਼ਾਮਲ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਇਹ ਦਿਖ ਰਿਹਾ ਸੀ ਉਹਨਾਂ ਦਾ ਇਲਜ਼ਾਮ ਆ। ਦੇਖਦੇ ਹਾਂ ਹੁਣ ਪੰਜਾਬ ਦੀ ਰਾਜਨੀਤੀ, ਪੰਥਕ ਰਾਜਨੀਤੀ, ਸਿੱਖ ਰਾਜਨੀਤੀ ਕਿਵੇਂ ਅੱਗੇ ਵਧਦੀ ਹੈ।